ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ ਹੈ ਜੀ। ਪੇਸ਼ ਆ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। 35,000 ਤੋਂ ਬਾਅਦ ਅਮਰੀਕੀਆਂ ਨੇ ਹੋਮਲੈਂਡ ਡਿਫੈਂਡਰ ਵਜੋਂ ਅਮਰੀਕਾ ਦੀ ਇਮੀਗ੍ਰੇਸ਼ਨ ਏਜੰਸੀ ਵਿੱਚ ਸ਼ਾਮਲ ਹੋਣ ਦੇ ਲਈ ਦਿੱਤੀ ਅਰਜ਼ੀ। ਅਮਰੀਕਾ 'ਚ H-1B ਵੀਜ਼ਾ ਦੁਰਵਰਤੋਂ ਤੇ ਟਰੰਪ ਦਾ ਐਕਸ਼ਨ, 175 ਕੰਪਨੀਆਂ ਦੀ ਜਾਂਚ ਦੇ ਹੁਕਮ। ਅਮਰੀਕਾ 'ਚ ਸੰਕਟ ਹੋਰ ਡੂੰਘਾ, 40 ਹਵਾਈ ਅੱਡਿਆਂ ਤੇ 5,000 ਉਡਾਨਾਂ ਹੋਈਆਂ ਰੱਦ। ਸ਼ਿਕਾਗੋ ਵਿੱਚ ਛਾਪੇਮਾਰੀ ਦੌਰਾਨ ਇੱਕ ਵਿਅਕਤੀ ਨੇ ਇਮੀਗ੍ਰੇਸ਼ਨ ਅਧਿਕਾਰੀ ਤੇ ਕੀਤੀ ਗੋਲੀਬਾਰੀ। ਓਹੀਓ ਗਵਰਨਰ ਦੀ ਰੇਸ ਵਿੱਚ ਵਿਵੇਕ ਰਾਮਾਸਵਾਮੀ ਨੂੰ ਮਿਲਿਆ ਟਰੰਪ ਦਾ ਸਮਰਥਨ। ਭਾਰਤੀਆਂ ਦੇ ਦਮ ਤੇ ਚੱਲ ਰਹੀ ਦੁਨੀਆ, ਰਿਪੋਰਟ ਵਿੱਚ ਵੱਡਾ ਖੁਲਾਸਾ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਐਲਾਨ ਕੀਤਾ ਹੈ ਕਿ 35,000 ਤੋਂ ਵੱਧ ਲੋਕਾਂ ਨੇ ਇਸ ਦੀਆਂ ਨਵੀਆਂ ਸ਼ੁਰੂ ਕੀਤੀਆਂ ਗਈਆਂ ਹੋਮਲੈਂਡ ਡਿਫੈਂਡਰ ਅਸਾਮੀਆਂ ਲਈ ਅਰਜ਼ੀਆਂ ਦਿੱਤੀਆਂ ਹਨ, ਜੋ ਕਿ ਏਜੰਸੀ ਦੇ ਇਤਿਹਾਸ ਵਿੱਚ ਕਿਸੇ ਵੀ ਨੌਕਰੀ ਲਈ ਅਰਜ਼ੀਆਂ ਦੀ ਸਭ ਤੋਂ ਵੱਧ ਗਿਣਤੀ ਹੈ। 30 ਸਤੰਬਰ ਨੂੰ ਸ਼ੁਰੂ ਹੋਈਆਂ ਇਸ ਭਰਤੀ ਮੁਹਿੰਮ ਦਾ ਉਦੇਸ਼ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਨੂੰ ਵਧਾਉਣਾ ਹੈ। USCIS ਨੇ ਕਿਹਾ ਹੈ ਕਿ ਇਸ ਦੇ ਵਿਆਪਕ ਸੋਸ਼ਲ ਮੀਡੀਆ ਆਊਟਰੀਚ ਨੇ ਬਿਨੇਕਾਰਾਂ ਨੂੰ ਆਕਰਸ਼ਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਏਜੰਸੀ ਬਿਨੇਕਾਰਾਂ ਦੀ ਇੰਟਰਵਿਊ ਲੈਣ, ਇਮੀਗ੍ਰੇਸ਼ਨ ਫਾਈਲਿੰਗਸ ਦੀ ਸਮੀਖਿਆ ਕਰਨ ਅਤੇ ਸੁਰੱਖਿਆ ਜੋਖਮ ਪੈਦਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਲਈ ਜ਼ਿੰਮੇਵਾਰ ਭੂਮਿਕਾਵਾਂ ਨੂੰ ਭਰਨ ਲਈ ਭਰਤੀ ਨੂੰ ਤੇਜ਼ ਕਰ ਰਹੀ ਹੈ। ਹੋਮਲੈਂਡ ਡਿਫੈਂਡਰ ਮੁਹਿੰਮ ਪਹਿਲਾਂ ਹੀ ਇੱਕ ਬਹੁਤ ਵੱਡੀ ਸਫਲਤਾ ਰਹੀ ਹੈ ਅਤੇ ਅਮਰੀਕੀ ਲੋਕਾਂ ਨੂੰ ਨਾਲ ਗੂੰਜ ਰਹੀ ਹੈ। ਸੋ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਤਿਹਾਸਕ ਗਿਣਤੀ ਵਿੱਚ ਅਰਜ਼ੀਆਂ ਦੇਖਣ ਤੋਂ ਇਲਾਵਾ ਅਸੀਂ ਤੇਜ਼ ਰਫ਼ਤਾਰ ਨਾਲ ਬਿਨੇਕਾਰਾਂ ਨੂੰ ਲਿਆਉਣਾ ਸ਼ੁਰੂ ਕਰ ਰਹੇ ਹਾਂ। ਇਹ ਬਿਆਨ USCIS ਦੇ ਡਾਇਰੈਕਟਰ ਜੋਸਫ ਐਡਲੋ ਨੇ ਦਿੱਤਾ। USCIS ਸਮਾਂ ਬਰਬਾਦ ਨਹੀਂ ਕਰ ਰਿਹਾ। ਉਹਨਾਂ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਟਰੰਪ ਦੀਆਂ ਤਰਜੀਹਾਂ ਨੂੰ ਲਾਗੂ ਕਰਨ ਲਈ ਵਚਨਬੱਧ ਹਾਂ। ਇਹ ਉਮੀਦਵਾਰ ਸਿਰਫ ਨੌਕਰੀ ਲਈ ਅਰਜ਼ੀ ਨਹੀਂ ਦੇ ਰਹੇ, ਉਹ ਸਾਡੇ ਮੁੱਲਾਂ ਦੀ ਰਾਖੀ ਅਤੇ ਸਾਡੇ ਵਤਨ ਦੀ ਰੱਖਿਆ ਲਈ ਅਰਜ਼ੀ ਦੇ ਰਹੇ ਹਨ ਤੇ ਉਹ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਬਹੁਤ ਸਾਰੇ ਹੋਮਲੈਂਡ ਡਿਫੈਂਡਰਸ ਨੂੰ ਸ਼ਾਮਲ ਕਰਨ ਦੀ ਉਮੀਦ ਕਰ ਰਹੇ ਹਨ। ਏਜੰਸੀ ਪਹਿਲਾਂ ਹੀ ਸੈਂਕੜੇ ਨੌਕਰੀਆਂ ਦੀ ਪੇਸ਼ਕਸ਼ਾਂ ਵਧਾ ਚੁੱਕੀ ਹੈ ਅਤੇ ਜਲਦੀ ਹੀ ਹੋਮਲੈਂਡ ਡਿਫੈਂਡਰਸ ਦੇ ਆਪਣੇ ਪਹਿਲੇ ਸਮੂਹ ਦਾ ਸਵਾਗਤ ਕਰਨ ਦੀ ਉਮੀਦ ਕਰਦੀ ਹੈ। ਚੁਣੇ ਗਏ ਬਹੁਤ ਸਾਰੇ ਉਮੀਦਵਾਰ ਕਾਨੂੰਨ ਲਾਗੂ ਕਰਨ ਵਾਲੇ ਅਤੇ ਫੌਜੀ ਪਿਛੋਕੜ ਵਾਲੇ ਹਨ, ਜੋ ਜਨਤਕ ਸੇਵਾ ਤੇ ਵਤਨ ਦੀ ਸੁਰੱਖਿਆ ਵਿੱਚ ਤਜਰਬਾ ਲਿਆਉਂਦੇ ਹਨ। ਹੁਨਰਮੰਦ ਉਮੀਦਵਾਰਾਂ ਨੂੰ ਆਕਰਸ਼ਿਤ ਕਰਨ ਲਈ USCIS $50,000 ਤੱਕ ਦੇ ਸਾਈਨਿੰਗ ਬੋਨਸ, ਵਿਦਿਆਰਥੀ ਲੋਨ ਮੁੜ ਅਦਾਇਗੀ ਪ੍ਰੋਗਰਾਮ, ਲਚਕਦਾਰ ਕੰਮ ਸਥਾਨ ਅਤੇ ਕੁਝ ਅਹੁਦਿਆਂ ਲਈ ਰਿਮੋਟ ਕੰਮ ਵਿਕਲਪਾਂ ਵਰਗੇ ਪ੍ਰੋਤਸਾਹਨ ਦੀ ਪੇਸ਼ਕਸ਼ ਕਰ ਰਿਹਾ ਹੈ। ਐਂਟਰੀ ਪੱਧਰ ਦੀਆਂ ਭੂਮਿਕਾਵਾਂ ਇੱਕ ਤੇਜ਼ ਪ੍ਰਕਿਰਿਆ ਦੁਆਰਾ ਭਰੀਆਂ ਜਾ ਰਹੀਆਂ ਹਨ, ਜਿਸ ਲਈ ਕਾਲਜ ਦੀ ਡਿਗਰੀ ਦੀ ਲੋੜ ਨਹੀਂ ਹੈ, ਜਿਸ ਨਾਲ ਏਜੰਸੀ ਯੋਗ ਉਮੀਦਵਾਰਾਂ ਨੂੰ ਮੁਕਾਬਲੇ ਵਾਲੇ ਲਾਭ ਪ੍ਰਦਾਨ ਕਰਦੇ ਹੋਏ ਤੇਜ਼ੀ ਨਾਲ ਸ਼ਾਮਲ ਕਰ ਸਕਦੀ ਹੈ। ਅਮਰੀਕੀ ਸਰਕਾਰ ਨੇ H-1B ਵੀਜ਼ਾ ਪ੍ਰੋਗਰਾਮ ਦੇ ਸੰਭਾਵੀ ਦੁਰਵਰਤੋਂ ਦੀ ਜਾਂਚ ਸ਼ੁਰੂ ਕੀਤੀ ਹੈ। ਇਹ ਜਾਂਚ ਘੱਟੋ-ਘੱਟ 175 ਕੰਪਨੀਆਂ ਦੇ ਵਿਰੁੱਧ ਕੀਤੀ ਗਈ ਹੈ। ਕਿਰਤ ਵਿਭਾਗ ਨੇ ਇੱਕ ਸੋਸ਼ਲ ਮੀਡੀਆ ਮੁਹਿੰਮ ਰਾਹੀਂ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਕੰਪਨੀਆਂ ਨੂੰ ਟੈਕਨੋਲੋਜੀ ਅਤੇ ਇੰਜੀਨੀਅਰਿੰਗ ਵਰਗੇ ਖਾਸ ਖੇਤਰਾਂ ਵਿੱਚ ਨੌਕਰੀਆਂ ਲਈ ਅਮਰੀਕੀਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਹਾਲ ਹੀ ਦੇ ਵਿੱਚ ਇਮੀਗ੍ਰੇਸ਼ਨ ਸੁਧਾਰ ਅਤੇ ਨੌਕਰੀ ਸੁਰੱਖਿਆ ਸੰਬੰਧੀ ਕਈ ਵੱਡੇ ਫੈਸਲੇ ਲਏ। ਇਨ੍ਹਾਂ ਫੈਸਲਿਆਂ ਦੇ ਵਿੱਚ ਸਰਕਾਰ ਨੇ ਸਪਸ਼ਟ ਕੀਤਾ ਕਿ ਅਮਰੀਕੀ ਨੌਕਰੀਆਂ ਦੀ ਰੱਖਿਆ ਕਰਨਾ ਅਤੇ ਵਿਦੇਸ਼ੀ ਪੇਸ਼ੇਵਰਾਂ ਨਾਲੋਂ ਸਥਾਨਕ ਕਾਮਿਆਂ ਨੂੰ ਤਰਜੀਹ ਦੇਣਾ ਜ਼ਰੂਰੀ ਹੈ। ਉਦੋਂ ਤੋਂ DOL ਨੇ ਪ੍ਰੋਜੈਕਟ ਫਾਇਰਵਾਲ ਸ਼ੁਰੂ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਾਲਕ ਨੌਕਰੀ ਦੇ ਅਹੁਦਿਆਂ ਲਈ ਅਮਰੀਕੀ ਨਾਗਰਿਕਾਂ ਨੂੰ ਤਰਜੀਹ ਦੇ ਰਹੇ ਹਨ। ਇੱਕ ਰਿਪੋਰਟ ਦੇ ਅਨੁਸਾਰ DOL ਨੇ ਸਤੰਬਰ ਵਿੱਚ ਪ੍ਰੋਜੈਕਟ ਫਾਇਰਵਾਲ ਸ਼ੁਰੂ ਕੀਤਾ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਾਲਕ ਨੌਕਰੀਆਂ ਲਈ ਅਮਰੀਕੀ ਨਾਗਰਿਕਾਂ ਨੂੰ ਤਰਜੀਹ ਦੇ ਰਹੇ ਹਨ ਅਤੇ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਨਹੀਂ ਕਰ ਰਹੇ ਹਨ। ਇਹ ਐਲਾਨ ਉਸ ਸਮੇਂ ਆਇਆ ਜਦੋਂ H-1B ਵੀਜ਼ਾ ਅਰਜ਼ੀਆਂ ਤੇ $1 ਲੱਖ ਦੀ ਇੱਕ ਵਾਰ ਦੀ ਫੀਸ ਲਗਾਈ ਗਈ ਹੈ। H-1B ਵੀਜ਼ਾ ਪ੍ਰੋਗਰਾਮ ਦੀਆਂ ਸੰਭਾਵੀ ਦੁਰਵਰਤੋਂ ਦਾ ਪਤਾ ਲਗਾਉਣ ਦੇ ਲਈ ਘੱਟੋ-ਘੱਟ 175 ਜਾਂਚਾਂ ਸ਼ੁਰੂ ਕੀਤੀਆਂ ਗਈਆਂ ਹਨ। ਹਾਲਾਂਕਿ ਕਿਰਤ ਵਿਭਾਗ ਨੇ ਇਨ੍ਹਾਂ 175 ਜਾਂਚਾਂ ਦੇ ਵੇਰਵੇ ਪ੍ਰਦਾਨ ਨਹੀਂ ਕੀਤੇ, ਜੋ ਕਿ ਕਰਮਚਾਰੀਆਂ ਨੂੰ $15 ਮਿਲੀਅਨ ਤੋਂ ਵੱਧ ਦੀ ਅਦਾਇਗੀ ਨਾ ਕੀਤੀ ਗਈ ਤਨਖਾਹ ਦਾ ਕਾਰਨ ਬਣਦੀਆਂ ਹਨ। ਹਾਲਾਂਕਿ ਜਾਂਚਾਂ ਨੇ ਕਈ ਅੰਤਰਾਂ ਦਾ ਖੁਲਾਸਾ ਕੀਤਾ ਹੈ।
ਇਨ੍ਹਾਂ ਅੰਤਰਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉન્નਤ ਵਿਦਿਅਕ ਡਿਗਰੀਆਂ ਵਾਲੇ ਕੁਝ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਤੇ ਵਰਣਨ ਵਿੱਚ ਦੱਸੇ ਗਏ ਨਾਲੋਂ ਕਾਫੀ ਘੱਟ ਭੁਗਤਾਨ ਕੀਤਾ ਗਿਆ ਸੀ। DOL ਨੇ ਵੀ ਕਿਹਾ ਹੈ ਕਿ ਇਸ ਚਿੰਤਾ ਕਾਰਨ ਵੀਜ਼ਾ ਧਾਰਕਾਂ ਤੇ ਅਮਰੀਕੀ ਕਰਮਚਾਰੀਆਂ ਦੋਵਾਂ ਲਈ ਘੱਟ ਤਨਖਾਹਾਂ ਹੋਈਆਂ ਅਤੇ ਸਮਾਨ ਵਿਦਿਅਕ ਯੋਗਤਾਵਾਂ ਵਾਲੇ ਅਮਰੀਕੀ ਕਰਮਚਾਰੀਆਂ ਨੂੰ ਪ੍ਰਤੀਯੋਗੀ ਬਣੇ ਰਹਿਣ ਲਈ ਘੱਟ ਤਨਖਾਹਾਂ ਸਵੀਕਾਰ ਕਰਨ ਲਈ ਮਜਬੂਰ ਕੀਤਾ ਗਿਆ। ਜਾਂਚ ਵਿੱਚ ਪਾਇਆ ਗਿਆ ਕਿ ਮਾਲਕਾਂ ਨੇ ਜਾਂ ਤਾਂ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੂੰ ਸੂਚਿਤ ਨਹੀਂ ਕੀਤਾ ਜਦੋਂ ਇੱਕ H1B ਵੀਜ਼ਾ ਧਾਰਕ ਨੇ ਆਪਣੀ ਸੇਵਾ ਖਤਮ ਕਰ ਦਿੱਤੀ, ਜਾਂ ਬਰਖਾਸਤਗੀ ਅਤੇ ਮਾਲਕ ਦੁਆਰਾ ਏਜੰਸੀ ਨੂੰ ਸੂਚਿਤ ਕਰਨ ਵਿੱਚ ਇੱਕ ਮਹੱਤਵਪੂਰਨ ਅੰਤਰ ਸੀ। ਜਾਂਚ ਵਿੱਚ ਉਠਾਈ ਗਈ ਇੱਕ ਹੋਰ ਚਿੰਤਾ ਲੇਬਰ ਕੰਡੀਸ਼ਨਸ ਐਪਲੀਕੇਸ਼ਨ ਸੀ, ਇੱਕ ਫਾਰਮ ਜੋ ਮਾਲਕਾਂ ਨੂੰ H1B1 ਅਤੇ E3 ਵੀਜ਼ਾ ਪ੍ਰੋਗਰਾਮਾਂ ਲਈ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਲਈ ਕਿਰਤ ਵਿਭਾਗ ਕੋਲ ਦਾਇਰ ਕਰਨਾ ਚਾਹੀਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਮਾਲਕਾਂ ਨੂੰ LCA ਫਾਈਲ ਕਰਦੇ ਸਮੇਂ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਤੋਂ ਪਹਿਲਾਂ ਅਮਰੀਕੀ ਕਰਮਚਾਰੀਆਂ ਨੂੰ ਸੂਚਿਤ ਕਰਨ ਦੀ ਲੋੜ ਹੁੰਦੀ ਹੈ। ਅਮਰੀਕਾ ਵਿੱਚ ਸ਼ਟਡਾਊਨ ਸ਼ੁਰੂ ਹੋਏ 39 ਦਿਨ ਹੋ ਗਏ ਹਨ। ਹਵਾਈ ਯਾਤਰਾ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀ ਹੈ। ਉਧਰ ਹੀ ਸ਼ਨੀਵਾਰ ਨੂੰ ਵੀ 1000 ਤੋਂ ਵੱਧ ਉਡਾਨਾਂ ਰੱਦ ਕੀਤੀਆਂ ਗਈਆਂ ਅਤੇ 5000 ਵਿੱਚ ਦੇਰੀ ਹੋਈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਸਰਕਾਰੀ ਕੰਮਕਾਜ ਬੰਦ ਨੇ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਹਵਾਈ ਆਵਾਜਾਈ ਨੂੰ ਘਟਾ ਦਿੱਤਾ ਹੈ, ਜਿਸ ਨਾਲ ਯਾਤਰੀਆਂ ਲਈ ਹਫੜਾ ਦਫੜੀ ਮਚ ਗਈ ਹੈ। ਬੰਦ ਰਿਕਾਰਡ 39 ਦਿਨਾਂ ਤੋਂ ਜਾਰੀ ਹੈ। ਭਾਵ ਹਵਾਈ ਆਵਾਜਾਈ ਕੰਟਰੋਲਰਸ ਨੂੰ 1 ਮਹੀਨੇ ਤੋਂ ਵੱਧ ਸਮੇਂ ਤੋਂ ਭੁਗਤਾਨ ਨਹੀਂ ਕੀਤਾ ਗਿਆ। ਸਭ ਤੋਂ ਵਿਅਸਤ ਛੁੱਟੀਆਂ ਦੇ ਸੀਜ਼ਨ ਦੇ ਨੇੜੇ ਆਉਣ ਤੇ ਸੰਘੀ ਕਰਮਚਾਰੀਆਂ ਤੇ ਭਾਰੀ ਦਬਾਅ ਅਤੇ ਥਕਾਵਟ ਨੂੰ ਘੱਟ ਕਰਨ ਲਈ ਆਵਾਜਾਈ ਸਕੱਤਰ ਸੀਨ ਡਫੀ ਨੇ ਐਲਾਨ ਕੀਤਾ ਸੀ ਕਿ 40 ਹਵਾਈ ਅੱਡਿਆਂ ਨੂੰ ਉਡਾਨ ਸਮਰੱਥਾ ਘਟਾਉਣ ਦੇ ਲਈ ਮਜਬੂਰ ਕੀਤਾ ਜਾਵੇਗਾ। ਉਧਰ ਹੀ ਉਡਾਨਾਂ ਵਿੱਚ 4% ਦੀ ਕਟੌਤੀ ਕੀਤੀ ਗਈ ਸੀ। ਸ਼ੁੱਕਰਵਾਰ ਨੂੰ ਹਵਾਈ ਅੱਡੇ ਅਗਲੇ ਹਫਤੇ ਲਈ ਤਿਆਰ ਹੋ ਰਹੇ ਹਨ, ਜਦੋਂ FAA ਨੇ 11 ਨਵੰਬਰ ਤੱਕ ਉਡਾਨਾਂ ਵਿੱਚ 6%, 13 ਨਵੰਬਰ ਤੱਕ 8% ਅਤੇ 14 ਨਵੰਬਰ ਤੱਕ 10% ਦੀ ਕਟੌਤੀ ਦਾ ਐਲਾਨ ਕੀਤਾ ਹੈ। ਯਾਤਰੀਆਂ ਨੂੰ ਸ਼ਨੀਵਾਰ ਨੂੰ ਪਹਿਲਾਂ ਹੀ ਮਹੱਤਵਪੂਰਨ ਰੁਕਾਵਟ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਫਲਾਈਟ ਅਵੇਅਰ ਦੇ ਅਨੁਸਾਰ ਅਮਰੀਕਾ ਦੇ ਵਿੱਚ 6000 ਤੋਂ ਵੱਧ ਉਡਾਨਾਂ ਗਰਾਊਂਡਿੰਗ ਅਤੇ ਯਾਤਰਾ ਕੇਂਦਰਾਂ ਤੇ ਦੇਰੀ ਕਾਰਨ ਵਿਗੜ ਪਿਆ ਹੈ। ਹਾਲਾਂਕਿ ਕੁਝ ਦੇਰੀ ਮੌਸਮ ਜਾਂ ਹੋਰ ਕਾਰਨਾਂ ਕਰਕੇ ਵੀ ਹੋਈ ਹੈ। ਸਰਕਾਰੀ ਬੰਦ ਅਮਰੀਕਾ ਵਿੱਚ ਸੰਕਟ ਨੂੰ ਹੋਰ ਡੂੰਘਾ ਕਰ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸੰਕਟ ਨੂੰ ਹੱਲ ਕਰਨ ਵਿੱਚ ਅਸਮਰਥ ਹਨ। ਅਮਰੀਕੀ ਕਾਮੇ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਮਜਬੂਰ ਹਨ, ਜਿਸ ਕਾਰਨ ਕਈ ਸ਼ਹਿਰਾਂ ਵਿੱਚ ਕਾਮੇ ਭੋਜਨ ਅਤੇ ਪਾਣੀ ਖਰੀਦਣ ਲਈ ਸੰਘਰਸ਼ ਕਰ ਰਹੇ ਹਨ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਯਾਨੀ ਕਿ FAA ਨੇ ਐਲਾਨ ਕੀਤਾ ਹੈ ਕਿ ਉਹ ਯਾਤਰਾ ਸੁਰੱਖਿਆ ਨੂੰ ਬਣਾਈ ਰੱਖਣ ਲਈ 40 ਹਵਾਈ ਅੱਡਿਆਂ ਤੇ ਹਵਾਈ ਆਵਾਜਾਈ ਨੂੰ 10% ਘਟਾ ਦੇਵੇਗਾ। FAA ਹਵਾਈ ਆਵਾਜਾਈ ਕੰਟਰੋਲਰਸ ਤੇ ਦਬਾਅ ਘਟਾਉਣ ਲਈ ਉਡਾਨਾਂ ਵਿੱਚ ਕਟੌਤੀ ਕਰ ਰਿਹਾ ਹੈ, ਜੋ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ ਅਤੇ ਬੰਦ ਦੌਰਾਨ ਵਾਰ-ਵਾਰ ਬ੍ਰੇਕ ਲੈ ਰਹੇ ਹਨ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਹੈ ਕਿ ਸ਼ਿਕਾਗੋ ਵਿੱਚ ਇੱਕ ਵਿਅਕਤੀ ਨੇ ਇਮੀਗ੍ਰੇਸ਼ਨ ਇਨਫੋਰਸਮੈਂਟ ਆਪਰੇਸ਼ਨ ਦੌਰਾਨ ਅਮਰੀਕੀ ਬਾਰਡਰ ਪੈਟਰੋਲ ਏਜੰਟਾਂ ਤੇ ਗੋਲੀਬਾਰੀ ਕੀਤੀ। ਹਾਲਾਂਕਿ ਸ਼ਿਕਾਗੋ ਪੁਲਿਸ ਵਿਭਾਗ ਨੇ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਤੋਂ ਇਨਕਾਰ ਕੀਤਾ। DHS ਦੇ ਅਨੁਸਾਰ ਸ਼ੱਕੀ, ਜੋ ਕਿ ਇੱਕ ਕਾਲੀ ਜੀਪ ਚਲਾ ਰਿਹਾ ਸੀ, ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਅਜੇ ਵੀ ਫਰਾਰ ਹੈ। ਸ਼ਿਕਾਗੋ ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੇ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ ਅਤੇ ਖੇਤਰ ਨੂੰ ਸੁਰੱਖਿਅਤ ਕਰ ਲਿਆ। ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਗੋਲੀਬਾਰੀ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਇਹ ਗੋਲੀਬਾਰੀ ਕਥਿਤ ਤੌਰ ਤੇ ਲਿਟਲ ਵਿਲੇਜ ਇਲਾਕੇ ਵਿੱਚ ਸੰਘੀ ਏਜੰਟਾਂ ਦੁਆਰਾ ਚੱਲ ਰਹੇ ਇਮੀਗ੍ਰੇਸ਼ਨ ਛਾਪਿਆਂ ਦੇ ਵਿਰੋਧ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਈ ਸੀ। ਰਾਈਟਰਸ ਦੇ ਇੱਕ ਗਵਾਹ ਨੇ ਪੁਲਿਸ ਨੂੰ ਇੱਕ ਵਿਅਕਤੀ ਨੂੰ ਅਜਿਹੇ ਇੱਕ ਛਾਪੇਮਾਰੀ ਤੋਂ ਬਾਅਦ ਨਿਵਾਸੀਆਂ ਨਾਲ ਬਹਿਸ ਤੋਂ ਬਾਅਦ ਹਿਰਾਸਤ ਵਿੱਚ ਲੈਂਦੇ ਦੇਖਿਆ। ਇਹ ਗੋਲੀਬਾਰੀ ਕਥਿਤ ਤੌਰ ਤੇ ਲਿਟਲ ਵਿਲੇਜ ਇਲਾਕੇ ਵਿੱਚ ਸੰਘੀ ਏਜੰਟਾਂ ਦੁਆਰਾ ਚੱਲ ਰਹੇ ਇਮੀਗ੍ਰੇਸ਼ਨ ਛਾਪਿਆਂ ਦੇ ਵਿਰੋਧ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਈ ਸੀ। ਰਾਈਟਰਸ ਦੇ ਇੱਕ ਗਵਾਹ ਨੇ ਪੁਲਿਸ ਨੂੰ ਇੱਕ ਵਿਅਕਤੀ ਨੂੰ ਅਜਿਹੇ ਇੱਕ ਛਾਪੇਮਾਰੀ ਤੋਂ ਬਾਅਦ ਨਿਵਾਸੀਆਂ ਨਾਲ ਬਹਿਸ ਤੋਂ ਬਾਅਦ ਹਿਰਾਸਤ ਵਿੱਚ ਲੈਂਦੇ ਦੇਖਿਆ। ਸ਼ਿਕਾਗੋ ਅਤੇ ਨੇੜਲੇ ਉਪਨਗਰਾਂ ਵਿੱਚ ਛਾਪੇਮਾਰੀ ਕੀਤੀ ਗਈ ਹੈ, ਜਿਸ ਵਿੱਚ ਇਸ ਹਫ਼ਤੇ ਦੇ ਸ਼ੁਰੂ 'ਚ ਇੱਕ ਡੇ ਕੇਅਰ ਸੈਂਟਰ ਵੀ ਸ਼ਾਮਲ ਹੈ। ਇਨ੍ਹਾਂ ਕਾਰਵਾਈਆਂ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਜਨਮ ਦਿੱਤਾ ਤੇ ਕੁਝ ਮਾਮਲਿਆਂ ਵਿੱਚ ਹਿੰਸਕ ਟਕਰਾਅ ਵੀ ਹੋਏ ਹਨ। ਉਧਰ ਹੀ ਸ਼ਿਕਾਗੋ ਦੇ ਪੱਛਮ ਵਿੱਚ ਇੱਕ ਉਪਨਗਰ ਬ੍ਰੌਡਵਿਊ ਵਿੱਚ ਇੱਕ ਇਮੀਗ੍ਰੇਸ਼ਨ ਹਿਰਾਸਤ ਸਹੂਲਤ ਦੇ ਬਾਹਰ ਇੱਕ ਦਰਜਨ ਤੋਂ ਵੱਧ ਉਪਨਗਰੀ ਸ਼ਿਕਾਗੋ ਮਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਕਿ ਟਰੰਪ ਦੇ ਆਪਰੇਸ਼ਨ ਮਿਡਵੇ ਬਲਿਟਸ ਪ੍ਰਤੀ ਗੁੱਸੇ ਦਾ ਕੇਂਦਰ ਬਣ ਗਈਆਂ। ਸ਼ਿਕਾਗੋ ਵਿੱਚ ਇਮੀਗ੍ਰੇਸ਼ਨ ਕਾਰਵਾਈ ਸਤੰਬਰ ਵਿੱਚ ਸ਼ੁਰੂ ਹੋਈ ਸੀ, ਜਿਸ ਦਾ ਟੀਚਾ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਖਤਰਨਾਕ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਣਾ ਸੀ।
DHS ਨੇ ਕਿਹਾ ਹੈ ਕਿ ਇਸ ਕਾਰਵਾਈ ਕਾਰਨ 3000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਅਮਰੀਕੀ ਨਾਗਰਿਕ ਅਤੇ ਕੋਈ ਅਪਰਾਧਿਕ ਇਤਿਹਾਸ ਨਾ ਰੱਖਣ ਵਾਲੇ ਲੋਕ ਸ਼ਾਮਲ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਹੀਓ ਸੂਬੇ ਦੇ ਅਗਲੇ ਗਵਰਨਰ ਦੀ ਦੌੜ ਲਈ ਵਿਵੇਕ ਰਾਮਾਸਵਾਮੀ ਨੂੰ ਆਪਣਾ ਅਧਿਕਾਰਤ ਸਮਰਥਨ ਦੇ ਦਿੱਤਾ ਹੈ। ਟਰੰਪ ਨੇ ਰਾਮਾਸਵਾਮੀ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਨੂੰ ਕੁਝ ਖਾਸ ਦੱਸਿਆ ਅਤੇ ਕਿਹਾ ਕਿ ਉਹ ਨੌਜਵਾਨ, ਮਜ਼ਬੂਤ ਅਤੇ ਸਮਝਦਾਰ ਹਨ। ਟਰੰਪ ਨੇ ਯਾਦ ਦਿਵਾਇਆ ਕਿ ਉਹ ਓਹੀਓ ਰਾਜ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹਨਾਂ ਨੇ 2016, 2020 ਅਤੇ 2024 ਦੇ ਵਿੱਚ ਇੱਥੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਉਧਰ ਹੀ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਮਾਸਵਾਮੀ ਇੱਕ ਬਹੁਤ ਚੰਗੇ ਵਿਅਕਤੀ ਹਨ ਜੋ ਸੱਚਮੁੱਚ ਅਮਰੀਕਾ ਨੂੰ ਪਿਆਰ ਕਰਦੇ ਹਨ। ਉਹਨਾਂ ਨੇ ਭਵਿੱਖਬਾਣੀ ਕੀਤੀ ਕਿ ਵਿਵੇਕ ਰਾਮਾਸਵਾਮੀ ਓਹੀਓ ਦੇ ਇੱਕ ਮਹਾਨ ਗਵਰਨਰ ਹੋਣਗੇ। ਟਰੰਪ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਮੇਰਾ ਸੰਪੂਰਨ ਅਤੇ ਕੁੱਲ ਸਮਰਥਨ ਹੈ। ਉਹ ਤੁਹਾਨੂੰ ਕਦੇ ਨਿਰਾਸ਼ ਨਹੀਂ ਹੋਣ ਦੇਣਗੇ। ਟਰੰਪ ਦਾ ਸਮਰਥਨ ਓਹੀਓ ਵਿੱਚ ਰਿਪਬਲਿਕਨ ਪਾਰਟੀ ਲਈ ਇੱਕ ਮੋੜ ਤੇ ਆਇਆ ਹੈ। ਪਿਛਲੇ ਦਹਾਕੇ ਦੌਰਾਨ ਰਾਜ ਲਗਾਤਾਰ ਸੱਜੇ ਪੱਖੀ ਰਾਜਨੀਤੀ ਵੱਲ ਵਧਿਆ ਹੈ। ਕਈ ਉਮੀਦਵਾਰ ਰਾਮਾਸਵਾਮੀ ਦੇ ਹੱਕ ਵਿੱਚ ਪ੍ਰਾਇਮਰੀ ਖੇਤਰ ਤੋਂ ਪਿੱਛੇ ਹਟ ਗਏ ਹਨ। ਇੱਕ ਅਰਬਪਤੀ ਉਦਮੀ ਅਤੇ ਐਲਨ ਮਸਕ ਦੇ ਨਾਲ ਸਰਕਾਰੀ ਕੁਸ਼ਲਤਾ ਵਿਭਾਗ ਦੇ ਸਾਬਕਾ ਸਹਿ ਮੁਖੀ ਆਪਣੇ ਆਪ ਨੂੰ ਇੱਕ ਰੂੜੀਵਾਦੀ ਬਾਹਰੀ ਉਮੀਦਵਾਰ ਵਜੋਂ ਪੇਸ਼ ਕਰ ਰਹੇ ਹਨ, ਜੋ ਕਿ ਇੱਕ ਕਾਰੋਬਾਰ ਪੱਖੀ ਅਤੇ ਨਿਯਮ ਵਿਰੋਧੀ ਏਜੰਡੇ ਤੇ ਆਧਾਰਿਤ ਹੈ, ਜਿਸ ਨੂੰ ਟਰੰਪ ਨੇ ਵੀ ਆਪਣੇ ਸੰਦੇਸ਼ 'ਚ ਦੁਹਰਾਇਆ ਹੈ। ਟਰੰਪ ਨੇ ਕਿਹਾ ਕਿ ਤੁਹਾਡੇ ਅਗਲੇ ਗਵਰਨਰ ਵਜੋਂ ਵਿਵੇਕ ਆਰਥਿਕਤਾ ਨੂੰ ਹੁਲਾਰਾ ਦੇਣ, ਟੈਕਸਾਂ ਅਤੇ ਨਿਯਮਾਂ ਨੂੰ ਘਟਾਉਣ, ਮੇਕ ਇਨ USA ਨੂੰ ਉਤਸ਼ਾਹਿਤ ਕਰਨ, ਅਮਰੀਕੀ ਊਰਜਾ ਦਬਦਬੇ ਨੂੰ ਬਣਾਈ ਰੱਖਣ, ਸਾਡੀ ਹੁਣ ਸੁਰੱਖਿਅਤ ਸਰਹੱਦਾਂ ਨੂੰ ਸੁਰੱਖਿਅਤ ਕਰਨ, ਪ੍ਰਵਾਸੀ ਅਪਰਾਧ ਨੂੰ ਰੋਕਣ, ਫੌਜ ਨੂੰ ਮਜ਼ਬੂਤ ਕਰਨ, ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ, ਚੋਣ ਇਮਾਨਦਾਰੀ ਨੂੰ ਅੱਗੇ ਵਧਾਉਣ ਅਤੇ ਸਾਡੇ ਹਮੇਸ਼ਾ ਖਤਰੇ ਵਿੱਚ ਪਏ ਦੂਜੇ ਸੋਧ ਦੀ ਰੱਖਿਆ ਲਈ ਅੰਥਕ ਲੜਾਈ ਲੜਨਗੇ। ਟਰੰਪ ਨੇ ਅੱਗੇ ਕਿਹਾ ਕਿ ਵਿਵੇਕ ਰਾਮਾਸਵਾਮੀ ਓਹੀਓ ਦੇ ਇੱਕ ਮਹਾਨ ਗਵਰਨਰ ਹੋਣਗੇ ਅਤੇ ਉਹਨਾਂ ਨੂੰ ਮੇਰਾ ਪੂਰਾ ਸਮਰਥਨ ਹੈ। ਉਹ ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਕਰਨਗੇ। ਭਾਰਤੀ ਲੋਕ ਹੁਣ ਵਿਸ਼ਵ ਕਿਰਤ ਪ੍ਰਣਾਲੀ ਦੇ ਕੇਂਦਰ ਵਿੱਚ ਹਨ। ਪੂਰੀ ਦੁਨੀਆ ਭਾਰਤੀਆਂ ਦੀ ਪ੍ਰਤਿਭਾ ਦੀ ਕਾਇਲ ਹੈ। OECD ਦੀ ਅੰਤਰਰਾਸ਼ਟਰੀ ਮਾਈਗ੍ਰੇਸ਼ਨ ਆਊਟਲੁੱਕ 2025 ਰਿਪੋਰਟ ਦੇ ਵਿੱਚ ਇਸ ਦਾ ਖੁਲਾਸਾ ਹੋਇਆ ਹੈ। ਰਿਪੋਰਟ ਦੇ ਅਨੁਸਾਰ ਭਾਰਤ ਹੁਣ ਉਹਨਾਂ ਦੇਸ਼ਾਂ ਵਿੱਚ ਸਭ ਤੋਂ ਅੱਗੇ ਹੈ ਜਿੱਥੋਂ ਵਿਕਸਿਤ ਅਰਥਵਿਵਸਥਾ ਹੁਨਰਮੰਦ ਕਾਮਿਆਂ ਦੀ ਭਾਲ ਕਰ ਰਹੀ ਹੈ। ਹਸਪਤਾਲਾਂ ਅਤੇ ਕੇਅਰ ਹੋਮਸ ਤੋਂ ਲੈ ਕੇ ਟੈਕਨੋਲੋਜੀ ਕੰਪਨੀਆਂ ਤੱਕ ਭਾਰਤੀ ਪੇਸ਼ੇਵਰ ਅਤੇ ਕਾਮੇ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਨੌਕਰੀਆਂ ਦੀ ਘਾਟ ਨੂੰ ਪੂਰਾ ਕਰ ਰਹੇ ਹਨ। ਇਕੱਲੇ 2023 ਦੇ ਵਿੱਚ ਲਗਭਗ 6 ਲੱਖ ਭਾਰਤੀ OECD ਦੇਸ਼ਾਂ ਵਿੱਚ ਪ੍ਰਵਾਸ ਕਰ ਗਏ, ਜੋ ਕਿ ਪਿਛਲੇ ਸਾਲ ਨਾਲੋਂ 8% ਵੱਧ ਹੈ। ਭਾਰਤ ਹੁਣ ਨਵੇਂ ਪ੍ਰਵਾਸੀਆਂ ਦਾ ਨੰਬਰ 1 ਸਰੋਤ ਬਣ ਗਿਆ ਹੈ। ਗਲੋਬਲ ਮਾਈਗ੍ਰੇਸ਼ਨ ਹੁਣ ਘੱਟ ਤਨਖਾਹ ਵਾਲੇ ਕਾਮਿਆਂ ਤੱਕ ਸੀਮਿਤ ਨਹੀਂ ਹੈ, ਸਗੋਂ ਭਾਰਤ ਵਰਗੇ ਦੇਸ਼ਾਂ ਤੋਂ ਹੁਨਰਮੰਦ ਅਤੇ ਅਰਧ ਹੁਨਰਮੰਦ ਪੇਸ਼ੇਵਰਾਂ ਦੇ ਰੂਪ ਵਿੱਚ ਵੀ ਹੋ ਰਿਹਾ ਹੈ। OECD ਦੇ ਅੰਕੜਿਆਂ ਦੇ ਅਨੁਸਾਰ ਭਾਰਤ ਮੈਂਬਰ ਦੇਸ਼ਾਂ ਵਿੱਚ ਵਿਦੇਸ਼ੀ ਡਾਕਟਰਾਂ ਲਈ ਚੋਟੀ ਦੇ 3 ਦੇਸ਼ਾਂ ਵਿੱਚ ਅਤੇ ਨਰਸਾਂ ਲਈ ਚੋਟੀ ਦੇ 2 ਦੇਸ਼ਾਂ ਵਿੱਚ ਸ਼ਾਮਲ ਹੈ। 2021 ਅਤੇ 2023 ਦੇ ਵਿਚਕਾਰ OECD ਦੇਸ਼ਾਂ ਵਿੱਚ 10 ਵਿੱਚੋਂ 4 ਪ੍ਰਵਾਸੀ ਡਾਕਟਰ ਅਤੇ 3 ਵਿੱਚੋਂ 1 ਨਰਸ ਏਸ਼ੀਆ ਤੋਂ ਆਈ ਸੀ, ਜਿਸ ਵਿੱਚ ਭਾਰਤ ਦਾ ਸਭ ਤੋਂ ਵੱਧ ਹਿੱਸਾ ਹੈ। ਭਾਰਤ ਦੇ ਸਿਹਤ ਸੰਭਾਲ ਪ੍ਰਵਾਸ ਨੂੰ ਹੁਣ UK ਦੇ ਸਿਹਤ ਅਤੇ ਦੇਖਭਾਲ ਵਰਕਰ ਵੀਜ਼ਾ ਅਤੇ ਆਇਰਲੈਂਡ ਦੇ ਅੰਤਰਰਾਸ਼ਟਰੀ ਮੈਡੀਕਲ ਗ੍ਰੈਜੂਏਟ ਸਿਖਲਾਈ ਪ੍ਰੋਗਰਾਮ ਵਰਗੇ ਰਸਮੀ ਚੈਨਲਾਂ ਦੁਆਰਾ ਸਮਰਥਨ ਪ੍ਰਾਪਤ ਹੈ, ਜੋ ਭਾਰਤੀ ਪੇਸ਼ੇਵਰਾਂ ਨੂੰ ਵਿਦੇਸ਼ਾਂ ਵਿੱਚ ਕੰਮ ਕਰਨ ਅਤੇ ਸਿਖਲਾਈ ਦੇਣ ਦੇ ਮੌਕੇ ਪ੍ਰਦਾਨ ਕਰਦੇ ਹਨ। ਸਿਹਤ ਸੰਭਾਲ ਤੋਂ ਪਰੇ ਬਜ਼ੁਰਗਾਂ ਦੀ ਦੇਖਭਾਲ, ਨਿਰਮਾਣ ਅਤੇ ਟੈਕਨੋਲੋਜੀ ਵਰਗੇ ਖੇਤਰਾਂ ਵਿੱਚ ਵੀ ਭਾਰਤੀ ਕਾਮਿਆਂ ਦੀ ਮੌਜੂਦਗੀ ਵਧੀ ਹੈ। ਆਸਟ੍ਰੇਲੀਆ ਦਾ ਬਜ਼ੁਰਗ ਦੇਖਭਾਲ ਉਦਯੋਗ ਲੇਬਰ ਸਮਝੌਤਾ ਅਤੇ 2024 ਵਿੱਚ ਦਸਤਖਤ ਕੀਤੇ ਗਏ ਭਾਰਤੀ ਗ੍ਰੀਸ ਮਾਈਗ੍ਰੇਸ਼ਨ ਭਾਈਵਾਲੀ ਸਮਝੌਤਾ ਇਸ ਦੀਆਂ ਉਦਾਹਰਨਾਂ ਹਨ। ਇਹ ਦਰਸਾਉਂਦੇ ਹਨ ਕਿ ਬਹੁਤ ਸਾਰੇ ਦੇਸ਼ ਹੁਣ ਭਾਰਤ ਨਾਲ ਸਿੱਧੇ ਸਮਝੌਤੇ ਕਰਕੇ ਹੁਨਰਮੰਦ ਕਾਮਿਆਂ ਦੀ ਭਰਤੀ ਲਈ ਇੱਕ ਸੰਗਠਿਤ ਪ੍ਰਕਿਰਿਆ ਅਪਣਾ ਰਹੇ ਹਨ। ਬਹੁਤ ਸਾਰੇ ਦੇਸ਼ਾਂ ਨੇ ਵੀਜ਼ਾ ਨਿਯਮਾਂ ਨੂੰ ਸਖਤ ਕੀਤਾ ਹੈ। ਉਦਾਹਰਨ ਵਜੋਂ ਪੋਲੈਂਡ ਨੇ ਇੱਕ ਇਕਰਾਰਨਾਮਾ ਜਮ੍ਹਾਂ ਕਰਵਾਉਣਾ ਲਾਜ਼ਮੀ ਕੀਤਾ ਹੈ। ਲਾਤਵੀਆ ਨੇ ਘੱਟੋ-ਘੱਟ ਉਜਰਤ ਸਥਾਪਿਤ ਕੀਤੀ ਹੈ ਅਤੇ ਫਿਨਲੈਂਡ ਨੇ ਇੱਕ ਤਸਦੀਕ ਪ੍ਰਣਾਲੀ ਲਾਗੂ ਕੀਤੀ ਹੈ। ਕਾਮਿਆਂ ਦੇ ਸ਼ੋਸ਼ਣ ਨੂੰ ਰੋਕਣ ਲਈ ਭਾਰਤੀ ਕਾਮਿਆਂ ਦੀ ਮੰਗ ਘੱਟ ਨਹੀਂ ਹੋਈ ਹੈ, ਸਗੋਂ ਭਰਤੀ ਵਧੇਰੇ ਪਾਰਦਰਸ਼ੀ ਅਤੇ ਹੁਨਰ ਆਧਾਰਿਤ ਹੋ ਗਈ ਹੈ। ਰਿਪੋਰਟ ਅੰਤਰਰਾਸ਼ਟਰੀ ਨੌਕਰੀ ਬਾਜ਼ਾਰ ਵਿੱਚ ਖਾਸ ਕਰਕੇ ਸਿੱਖਿਆ ਅਤੇ ਦੇਖਭਾਲ ਖੇਤਰਾਂ ਵਿੱਚ ਭਾਰਤੀ ਔਰਤਾਂ ਦੀ ਵੱਧ ਰਹੀ ਭਾਗੀਦਾਰੀ ਨੂੰ ਵੀ ਉਜਾਗਰ ਕਰਦੀ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਪੜ੍ਹ ਰਹੇ ਬਹੁਤ ਸਾਰੇ ਭਾਰਤੀ ਵਿਦਿਆਰਥੀ ਹੁਣ ਉੱਥੇ ਕੰਮ ਕਰ ਰਹੇ ਹਨ, ਜਿਸ ਨਾਲ ਸਿਹਤ ਸੰਭਾਲ, IT ਅਤੇ ਖੋਜ ਖੇਤਰਾਂ ਵਿੱਚ ਭਾਰਤੀ ਮੌਜੂਦਗੀ ਹੋਰ ਵੀ ਜ਼ਿਆਦਾ ਵੱਧ ਰਹੀ ਹੈ।
ਅਮਰੀਕਾ ਵਿੱਚ ਪੱਛਮੀ ਦੇਸ਼ਾਂ ਦੀਆਂ ਸਖਤ ਪਾਬੰਦੀਆਂ ਅਤੇ ਦਬਾਅ ਦੇ ਬਾਵਜੂਦ ਭਾਰਤ ਅਤੇ ਰੂਸ ਦੀ ਊਰਜਾ ਭਾਈਵਾਲੀ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ। ਭਾਰਤ ਵਿੱਚ ਰੂਸ ਦੇ ਰਾਜਦੂਤ ਡੈਨਿਸ ਅਲੀਪੋਵ ਨੇ ਕਿਹਾ ਹੈ ਕਿ ਰੂਸ ਨੇ ਭਾਰਤ ਲਈ ਇੱਕ ਭਰੋਸੇਮੰਦ ਊਰਜਾ ਸਾਥੀ ਵਜੋਂ ਆਪਣੇ ਆਪ ਨੂੰ ਸਾਬਤ ਕੀਤਾ ਹੈ। ਉਹਨਾਂ ਨੇ ਐਲਾਨ ਕੀਤਾ ਹੈ ਕਿ ਰੂਸ ਭਾਰਤ ਨੂੰ ਸਭ ਤੋਂ ਚੰਗੀ ਕੀਮਤ ਤੇ ਅਤੇ ਉੱਚ ਗੁਣਵੱਤਾ ਵਾਲਾ ਕੱਚਾ ਤੇਲ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰਾਜਦੂਤ ਅਲੀਪੋਵ ਨੇ ਦੱਸਿਆ ਕਿ ਰੂਸ ਹੁਣ ਭਾਰਤ ਲਈ ਕੱਚੇ ਤੇਲ ਦਾ ਇੱਕ ਪ੍ਰਮੁੱਖ ਸਪਲਾਇਰ ਬਣ ਚੁੱਕਿਆ ਹੈ। ਉਹਨਾਂ ਮੁਤਾਬਕ ਭਾਰਤ ਦੀ ਕੁੱਲ ਤੇਲ ਦਰਾਮਦ ਦਾ 1/3 ਤੋਂ ਵੱਧ ਹਿੱਸਾ ਰੂਸ ਤੋਂ ਆਉਂਦਾ ਹੈ। ਅਲੀਪੋਵ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਸਾਂਝੇਦਾਰੀ ਭਾਰਤ ਦੀਆਂ ਵੱਧਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਉਸ ਦੀ ਊਰਜਾ ਸੁਰੱਖਿਆ ਨੂੰ ਵੀ ਮਜ਼ਬੂਤ ਕਰ ਰਹੀ ਹੈ। ਅਲੀਪੋਵ ਨੇ ਸੰਕੇਤ ਦਿੱਤਾ ਹੈ ਭਾਰਤ ਅਤੇ ਰੂਸ ਮਿਲ ਕੇ ਅਜਿਹੇ ਨਵੇਂ ਤਰੀਕੇ ਲੱਭ ਰਹੇ ਹਨ ਜਿਸ ਨਾਲ ਪਾਬੰਦੀਆਂ ਦੇ ਬਾਵਜੂਦ ਤੇਲ ਦਾ ਵਪਾਰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿ ਸਕੇ। ਦੋਵੇਂ ਦੇਸ਼ ਆਪਣੀ ਦੁਵੱਲੀ ਆਰਥਿਕ ਭਾਈਵਾਲੀ ਨੂੰ ਸੁਰੱਖਿਅਤ ਅਤੇ ਸੁਤੰਤਰ ਬਣਾਉਣ ਦੇ ਲਈ ਲਗਾਤਾਰ ਕੰਮ ਕਰ ਰਹੇ ਹਨ। ਦੋਵੇਂ ਦੇਸ਼ ਹੁਣ ਲੈਣ ਦੇਣ ਵਿੱਚ ਆਪਣੀਆਂ ਸਥਾਨਕ ਅਤੇ ਬਦਲਵੇਂ ਮੁਦਰਾਵਾਂ ਦਾ ਇਸਤੇਮਾਲ ਕਰ ਰਹੇ ਹਨ। ਇਸ ਤਰ੍ਹਾਂ ਦਾ ਲੈਣ ਦੇਣ ਦੀ ਹਿੱਸੇਦਾਰੀ 90% ਤੋਂ ਵੱਧ ਤੱਕ ਪਹੁੰਚ ਚੁੱਕੀ ਹੈ। ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਦੇ ਲਈ ਬਦਲਵੇਂ ਆਵਾਜਾਈ ਅਤੇ ਲੌਜਿਸਟਿਕ ਰੂਟਸ ਵਿਕਸਿਤ ਕਰਨ ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਰਾਜਦੂਤ ਨੇ ਅੱਗੇ ਕਿਹਾ ਕਿ ਇੱਕ ਤਰਫਾ ਅਤੇ ਗੈਰ ਕਾਨੂੰਨੀ ਪਾਬੰਦੀਆਂ ਨਾ ਸਿਰਫ ਸਪਲਾਈ ਚੇਨ ਨੂੰ ਤੋੜਦੀਆਂ ਹਨ ਸਗੋਂ ਵਿਸ਼ਵ ਦੀ ਆਰਥਿਕ ਤਰੱਕੀ ਵਿੱਚ ਵੀ ਰੁਕਾਵਟ ਪਾਉਂਦੀਆਂ ਹਨ। ਊਰਜਾ ਤੋਂ ਇਲਾਵਾ ਭਾਰਤ ਅਤੇ ਰੂਸ ਦੀ ਰੱਖਿਆ ਸਾਂਝੇਦਾਰੀ ਵੀ ਦਹਾਕਿਆਂ ਤੋਂ ਬਹੁਤ ਮਜ਼ਬੂਤ ਰਹੀ ਹੈ। ਦੋਵੇਂ ਦੇਸ਼ ਹੁਣ ਡਰੋਨ, ਐਂਟੀ ਡਰੋਨ ਸਿਸਟਮ, ਐਡਵਾਂਸਡ ਰਡਾਰ, ਮਿਜ਼ਾਈਲਾਂ ਅਤੇ ਪਾਣੀ ਦੇ ਅੰਦਰ ਚੱਲਣ ਵਾਲੇ ਪਲੇਟਫਾਰਮਸ ਵਰਗੇ ਪ੍ਰੋਜੈਕਟਾਂ ਸਮੇਤ ਨਵੀਆਂ ਤਕਨੀਕਾਂ ਤੇ ਮਿਲ ਕੇ ਕੰਮ ਕਰ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿਹਤ ਨੀਤੀ ਦੇ ਮੋਰਚੇ ਤੇ ਇੱਕ ਵੱਡਾ ਅਤੇ ਸਿੱਧਾ ਫੈਸਲਾ ਲਿਆ। ਜਾਣਕਾਰੀ ਅਨੁਸਾਰ ਟਰੰਪ ਨੇ ਅਮਰੀਕਾ ਦੀ ਵਿਵਾਦਿਤ ਸਿਹਤ ਸੰਭਾਲ ਯੋਜਨਾ ਓਬਾਮਾ ਕੇਅਰ ਲਈ ਫੰਡਿੰਗ ਨੂੰ ਰੋਕ ਦਿੱਤਾ ਹੈ। ਇਸ ਵੱਡੇ ਫੈਸਲੇ ਦਾ ਸਿੱਧਾ ਅਸਰ ਲਾਭਪਾਤਰੀਆਂ ਤੇ ਪਵੇਗਾ ਕਿਉਂਕਿ ਕੰਪਲੈਕਸ ਸਬਸਿਡੀ ਪ੍ਰਣਾਲੀ ਰਾਹੀਂ ਪੈਸਾ ਭੇਜਣ ਦੀ ਬਜਾਏ ਹੁਣ ਫੰਡਿੰਗ ਦਾ ਪੈਸਾ ਸਿੱਧੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਭੇਜਿਆ ਜਾਵੇਗਾ। ਓਬਾਮਾ ਕੇਅਰ ਫੰਡਿੰਗ ਤੇ ਰੋਕ ਵੀ ਲਗਾਈ ਗਈ ਹੈ। ਇਸ ਕਦਮ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ ਸ਼ੁਰੂ ਕੀਤੀ ਗਈ ਅਫੋਰਡੇਬਲ ਕੇਅਰ ਐਕਟ, ਜਿਸ ਨੂੰ ਆਮ ਤੌਰ ਤੇ ਓਬਾਮਾ ਕੇਅਰ ਕਿਹਾ ਜਾਂਦਾ ਹੈ, ਉਸ ਤੇ ਇੱਕ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਓਬਾਮਾ ਕੇਅਰ ਨਾਲ ਜੁੜੇ ਪੈਸੇ ਦੇ ਪ੍ਰਵਾਹ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਹੈ। ਇਸ ਨਵੀਂ ਨੀਤੀ ਤਹਿਤ ਸਿਹਤ ਸੰਭਾਲ ਲਈ ਵਰਤਿਆ ਜਾਣ ਵਾਲਾ ਪੈਸਾ ਹੁਣ ਸਿੱਧੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ। ਇਸ ਫੈਸਲੇ ਨਾਲ ਅਮਰੀਕਾ ਦੀ ਸਿਹਤ ਸੰਭਾਲ ਪ੍ਰਣਾਲੀ ਅਤੇ ਸਬਸਿਡੀ ਦੇ ਢੰਗ ਵਿੱਚ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਹੈ। ਕੈਨੇਡਾ ਦੇ ਰੋਜ਼ਗਾਰ ਖੇਤਰ ਵਿੱਚ 67,000 ਨਵੀਆਂ ਨੌਕਰੀਆਂ ਪੈਦਾ ਹੋਣ ਅਤੇ ਬੇਰੁਜ਼ਗਾਰੀ ਦਰ ਘਟ ਕੇ 6.9% ਤੇ ਆਉਣ ਦੀ ਰਿਪੋਰਟ ਨੇ ਆਰਥਿਕ ਮਾਹਰਾਂ ਨੂੰ ਗਦਗਦ ਕਰ ਦਿੱਤਾ ਹੈ। ਹੋਲਸੇਲ ਅਤੇ ਰਿਟੇਲ ਸੈਕਟਰ ਵਿੱਚ ਸਭ ਤੋਂ ਵੱਧ 41,000 ਨੌਕਰੀਆਂ ਪੈਦਾ ਹੋਈਆਂ, ਜਦਕਿ ਟਰਾਂਸਪੋਰਟੇਸ਼ਨ, ਵੇਅਰਹਾਊਸਿੰਗ, ਇਨਫੋਰਮੇਸ਼ਨਸ ਅਤੇ ਕਲਚਰ ਐਂਡ ਰੀਕ੍ਰੀਏਸ਼ਨਸ ਖੇਤਰਾਂ ਵਿੱਚ ਵੀ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ। ਪਰ ਕੰਸਟਰਕਸ਼ਨ ਸੈਕਟਰ ਨੂੰ 15,000 ਨੌਕਰੀਆਂ ਦਾ ਨੁਕਸਾਨ ਬਰਦਾਸ਼ਤ ਕਰਨਾ ਪਿਆ। ਸਟੈਟਿਸਟਿਕਸ ਕੈਨੇਡਾ ਦੇ ਆંકੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਅਕਤੂਬਰ ਦਰਮਿਆਨ ਕੰਸਟਰਕਸ਼ਨ ਅਤੇ ਮੈਨੂਫੈਕਚਰਿੰਗ ਸੈਕਟਰ ਵਿੱਚ ਨੌਕਰੀਆਂ ਘਟੀਆਂ, ਜਦਕਿ ਸਰਵਿਸਿਜ਼ ਅਤੇ ਪ੍ਰੋਡਿਊਸਿੰਗ ਉਦਯੋਗਾਂ ਦੇ ਵਿੱਚ 1,42,000 ਨੌਕਰੀਆਂ ਦਾ ਫਾਇਦਾ ਹੋਇਆ। ਭਾਵੇਂ ਬੇਰੁਜ਼ਗਾਰੀ ਦਾ ਅੰਕੜਾ ਹੇਠਾਂ ਵੱਲ ਗਿਆ ਹੈ, ਪਰ ਹੁਣ ਇਸ ਨੂੰ ਬਿਹਤਰ ਨਹੀਂ ਮੰਨਿਆ ਜਾ ਰਿਹਾ। BMO ਦੇ ਚੀਫ ਨੇ ਇਕਨੋਮਿਸਟ ਡਗਲਸ ਪੋਰਟਰ ਦਾ ਕਹਿਣਾ ਸੀ ਕਿ ਸਤੰਬਰ ਦੇ ਵਿੱਚ ਬੇਰੁਜ਼ਗਾਰ ਰਹੇ 5 ਜਾਣਿਆਂ ਵਿੱਚੋਂ 1 ਅਕਤੂਬਰ ਦੌਰਾਨ ਰੋਜ਼ਗਾਰ ਮਿਲਿਆ ਅਤੇ ਬੇਰੁਜ਼ਗਾਰੀ ਦਰ 7.1% ਤੋਂ ਘਟ ਕੇ 6.9% ਤੇ ਆਈ। 15 ਤੋਂ 24 ਸਾਲ ਉਮਰ ਵਰਗ ਵਿੱਚ ਫਰਵਰੀ ਤੋਂ ਬਾਅਦ ਪਹਿਲੀ ਵਾਰ ਬੇਰੁਜ਼ਗਾਰਾਂ ਦੀ ਗਿਣਤੀ ਘਟੀ, ਪਰ ਇਸ ਨੂੰ ਹੋਰ ਹੇਠਾਂ ਲਿਆਉਣਾ ਲਾਜ਼ਮੀ ਹੈ। ਇਸੇ ਦੌਰਾਨ TD ਬੈਂਕ ਦੇ ਐਂਡਰਿਓ ਨੇ ਕਿਹਾ ਹੈ ਕਿ ਰੋਜ਼ਗਾਰ ਦੇ ਨਵੇਂ ਮੌਕੇ ਸੀਮਿਤ ਉਦਯੋਗਾਂ ਵਿੱਚ ਪੈਦਾ ਹੋ ਰਹੇ ਹਨ, ਜਿਸ ਦੇ ਮੱਦੇਨਜ਼ਰ ਨਵੀਂ ਭਰਤੀ ਦਾ ਘੇਰਾ ਜ਼ਿਆਦਾ ਨਹੀਂ ਵੱਧ ਰਿਹਾ। ਕਿਰਤ ਬਾਜ਼ਾਰ ਹੁਣ ਵੀ ਦਬਾਅ ਹੇਠ ਹੈ ਅਤੇ ਅਗਲੇ ਵਰ੍ਹੇ ਤੱਕ ਹਾਲਾਤ ਸੁਖਾਵੇਂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਰਾਜਾਂ ਦੇ ਆਧਾਰ ਤੇ ਦੇਖਿਆ ਜਾਵੇ ਤਾਂ ਓਨਟਾਰੀਓ ਵਿੱਚ ਸਭ ਤੋਂ ਵੱਧ 55,000 ਨੌਕਰੀਆਂ ਪੈਦਾ ਹੋਈਆਂ। ਸਭ ਤੋਂ ਅਹਿਮ ਅੰਕੜਾ 15 ਸਾਲ ਤੋਂ 24 ਸਾਲ ਉਮਰ ਵਰਗ ਆਇਆ, ਜਿੱਥੇ ਅਕਤੂਬਰ ਦੌਰਾਨ 21,000 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ। 25 ਸਾਲ ਤੋਂ 54 ਸਾਲ ਦੀ ਉਮਰ ਵਰਗ ਵਿੱਚ ਵੀ ਰੋਜ਼ਗਾਰ ਹਾਸਲ ਕਰਨ ਵਾਲਿਆਂ ਦੀ ਗਿਣਤੀ ਵਧੀ। ਪ੍ਰੀਮੀਅਰ ਡਗ ਫੋਰਡ ਵੱਲੋਂ ਰੋਜ਼ਗਾਰ ਖੇਤਰ ਦੇ ਨਵੇਂ ਅੰਕੜਿਆਂ ਦਾ ਸਵਾਗਤ ਕੀਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਸਤੰਬਰ ਵਿੱਚ ਵੀ ਰੋਜ਼ਗਾਰ ਖੇਤਰ ਦੇ ਅੰਕੜੇ ਹਾਂ ਪੱਖੀ ਰਹੇ ਅਤੇ ਅਕਤੂਬਰ ਦੌਰਾਨ ਵੀ ਮਾਹੌਲ ਹਾਂ ਪੱਖੀ ਰਿਹਾ।
ਕੈਨੇਡਾ ਦੇ ਵਿੱਚ ਇੱਕ ਗ੍ਰੰਥੀ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਵਿੱਚੋਂ $20 ਲੱਖ ਲੁੱਟਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਅਤੇ ਅਦਾਲਤ ਵੱਲੋਂ ਬੇਹਿਸਾਬੀ ਜਾਇਦਾਦ ਦਾ ਹਿਸਾਬ-ਕਿਤਾਬ ਪੇਸ਼ ਕਰਨ ਦੇ ਹੁਕਮ ਦਿੱਤੇ ਗਏ। ਜੀ ਹਾਂ, ਵਿਨੀਪੈਗ ਦੇ ਗੁਰਦੁਆਰਾ ਕਲਗੀਧਰ ਗੁਰਦਰਬਾਰ ਵਿੱਚ 2011 ਤੋਂ 2024 ਤੱਕ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾਉਣ ਵਾਲੇ ਇੱਕ ਸੁਖਵਿੰਦਰ ਸਿੰਘ ਨੇ $1000 ਪ੍ਰਤੀ ਮਹੀਨਾ ਤਨਖਾਹ ਹੋਣ ਦੇ ਬਾਵਜੂਦ $3,32,000 ਮੂਲ ਵਾਲਾ ਘਰ ਬਗੈਰ ਕਰਜ਼ੇ ਤੋਂ ਖਰੀਦ ਲਿਆ ਅਤੇ ਗੁਰਦੁਆਰਾ ਸਾਹਿਬ ਵਿੱਚ ਉਸ ਦੀ ਰਿਹਾਇਸ਼ ਵਾਲੇ ਕਮਰੇ ਵਿੱਚੋਂ $4,10,000 ਤੋਂ ਵੱਧ ਰਕਮ ਵੱਖਰੇ ਤੌਰ ਤੇ ਬਰਾਮਦ ਕੀਤੀ ਗਈ। ਮੀਡੀਆ ਰਿਪੋਰਟ ਮੁਤਾਬਕ ਗੁਰਦੁਆਰਾ ਸਾਹਿਬ ਵਿੱਚ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾ ਰਹੇ ਸੁਖਵਿੰਦਰ ਸਿੰਘ ਉੱਤੇ ਸ਼ੱਕ ਹੋਣ ਮਗਰੋਂ ਪ੍ਰਬੰਧਕ ਕਮੇਟੀ ਵੱਲੋਂ ਗੋਲਕ ਨੇੜੇ ਇੱਕ ਸੀਸੀਟੀਵੀ ਕੈਮਰਾ ਲਗਵਾਇਆ ਗਿਆ, ਜੋ ਪਹਿਲੇ ਮੌਕੇ ਤੇ 18 ਮਿੰਟ ਬੰਦ ਰਿਹਾ, ਜਿਸ ਤੋਂ ਯਕੀਨ ਹੋ ਗਿਆ ਕਿ ਗੋਲਕ ਵਿੱਚੋਂ ਨਕਦੀ ਕੱਢੀ ਗਈ। ਅਦਾਲਤ ਵਿੱਚ ਲੱਗੇ ਦੋਸ਼ਾਂ ਮੁਤਾਬਕ ਦੂਜੇ ਕੈਮਰੇ ਵਿੱਚ ਸੁਖਵਿੰਦਰ ਸਿੰਘ ਸਾਫ਼ ਤੌਰ ਤੇ ਗੋਲਕ ਵਿੱਚੋਂ ਨਕਦੀ ਕੱਢਦਿਆਂ ਨਜ਼ਰ ਆ ਰਿਹਾ ਹੈ। ਮਾਮਲਾ ਪੁਲਿਸ ਕੋਲ ਪੁੱਜਾ ਤਾਂ ਤਲਾਸ਼ੀ ਦੌਰਾਨ ਲੱਖਾਂ ਡਾਲਰ ਨਕਦ ਦੇਖ ਕੇ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਹੋਸ਼ ਉੱਡ ਗਏ। ਪਰ ਇਸ ਤੋਂ ਪਹਿਲਾਂ 2019 ਵਿੱਚ ਸੁਖਵਿੰਦਰ ਸਿੰਘ $3.25 ਲੱਖ ਦਾ ਘਰ ਖਰੀਦ ਚੁੱਕਾ ਸੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੁਖਵਿੰਦਰ ਸਿੰਘ ਵਿਰੁੱਧ $15 ਲੱਖ ਤੋਂ $20 ਲੱਖ ਚੋਰੀ ਕਰਨ ਦਾ ਦੋਸ਼ ਲਗਾਏ ਗਏ ਹਨ। ਸੁਖਵਿੰਦਰ ਸਿੰਘ ਨੂੰ ਪਹਿਲੀ ਵਾਰ ਸਤੰਬਰ 2024 ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ $5,000 ਤੋਂ ਵੱਧ ਰਕਮ ਚੋਰੀ ਕਰਨ ਤੋਂ ਇਲਾਵਾ ਅਪਰਾਧ ਰਾਹੀਂ ਹਾਸਲ $5,000 ਤੋਂ ਵੱਧ ਮੁੱਲ ਦੀ ਜਾਇਦਾਦ ਰੱਖਣ ਦੇ ਦੋਸ਼ ਵੀ ਲੱਗੇ ਹਨ। ਬ੍ਰਾਜ਼ੀਲ ਵਿੱਚ ਭਿਆਨਕ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਤੂਫਾਨ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 750 ਜ਼ਖਮੀ ਹੋ ਗਏ, ਜਿਸ ਨਾਲ ਇੱਕ ਸ਼ਹਿਰ ਦਾ ਵੱਡਾ ਹਿੱਸਾ ਤਬਾਹ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਆਏ ਤੂਫਾਨ ਨੇ ਪ੍ਰਾਨਾ ਰਾਜ ਦੇ 14,000 ਲੋਕਾਂ ਦੇ ਸ਼ਹਿਰ ਰੀਓ ਬੋਨੀਟੋ ਡੇ ਇਗੂਆਚੂ ਵਿੱਚ ਕਾਰਾਂ ਨੂੰ ਖਿਡੌਣਿਆਂ ਵਾਂਗ ਉਲਟਾ ਦਿੱਤਾ ਅਤੇ ਇਮਾਰਤਾਂ ਨੂੰ ਤਬਾਹ ਕਰ ਦਿੱਤਾ। ਇਹ ਤੂਫਾਨ ਸਿਰਫ ਕੁਝ ਮਿੰਟਾਂ ਤੱਕ ਚੱਲਿਆ, ਪਰ ਇਸ ਨਾਲ ਗੜੇ ਪਏ ਅਤੇ 250 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਆਈਆਂ। ਹਵਾਈ ਤਸਵੀਰਾਂ ਵਿੱਚ ਲਗਭਗ ਸਾਰਾ ਸ਼ਹਿਰ ਤਬਾਹ ਹੋਇਆ ਦਿਖਾਈ ਦਿੱਤਾ ਗਿਆ। ਇਮਾਰਤਾਂ ਦਾ ਮਲਬਾ ਹਰ ਪਾਸੇ ਖਿੰਡਿਆ ਹੋਇਆ ਸੀ। ਪ੍ਰਾਨਾ ਰਾਜ ਸਰਕਾਰ ਨੇ ਦੱਸਿਆ ਕਿ ਤੂਫਾਨ ਕਾਰਨ ਘੱਟੋ-ਘੱਟ 6 ਲੋਕ ਮਾਰੇ ਗਏ ਤੇ ਲਗਭਗ 750 ਜ਼ਖਮੀ ਹੋਏ। ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਵੀ ਹੈ। ਸਿਵਲ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਦਾ 90% ਹਿੱਸਾ ਨੁਕਸਾਨਿਆ ਗਿਆ ਹੈ। ਸੋਸ਼ਲ ਮੀਡੀਆ ਤੇ ਦਿਖਾਈਆਂ ਗਈਆਂ ਤਸਵੀਰਾਂ ਵਿੱਚ ਬਹੁਤ ਸਾਰੇ ਘਰ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੀਆਂ ਛੱਤਾਂ ਉੱਡ ਗਈਆਂ ਹਨ ਜਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਬਚਾਅ ਟੀਮਾਂ ਨੇ ਮਲਬੇ ਵਿੱਚ ਬਚੇ ਲੋਕਾਂ ਦਾ ਲਾਸ਼ਾਂ ਦੀ ਭਾਲ ਕੀਤੀ ਹੈ। ਨੇੜੇ ਕਸਬੇ ਵਿੱਚ ਇੱਕ ਆਸਰਾ ਸਥਾਪਿਤ ਕੀਤਾ ਗਿਆ। ਤੁਰਕੀ ਦੇ ਇਸਤਾਂਬੁਲ ਦੇ ਮੁੱਖ ਜਨਤਕ ਪ੍ਰੋਸੀਕਿਊਟਰਸ ਦੇ ਦਫ਼ਤਰ ਨੇ ਗਾਜ਼ਾ ਵਿੱਚ ਚੱਲ ਰਹੀ ਜੰਗ ਦੇ ਸਬੰਧ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਮੇਤ 37 ਵਿਅਕਤੀਆਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਇਹ ਵਾਰੰਟ ਨਸਲਕੁਸ਼ੀ ਦੇ ਦੋਸ਼ਾਂ ਤਹਿਤ ਜਾਰੀ ਕੀਤੇ ਗਏ ਹਨ। ਤੁਹਾਨੂੰ ਦੱਸ ਦਈਏ ਕਿ ਮੁੱਖ ਨਿਸ਼ਾਨੇ ਤੇ ਇਸ ਵਿੱਚ ਬਹੁਤ ਸਾਰੇ ਲੋਕ ਨੇ, ਜਿਵੇਂ ਕਿ ਤੁਰਕੀ ਟੁਡੇ ਅਖਬਾਰ ਵਿੱਚ ਪ੍ਰੋਸੀਕਿਊਟਰਸ ਦੇ ਦਫ਼ਤਰ ਦੇ ਇੱਕ ਪ੍ਰੈਸ ਬਿਆਨ ਦੇ ਅਨੁਸਾਰ ਜਿਨ੍ਹਾਂ ਲੋਕਾਂ ਦੇ ਨਾਮ ਗ੍ਰਿਫਤਾਰੀ ਵਾਰੰਟ ਵਿੱਚ ਸ਼ਾਮਲ ਹਨ, ਉਹਨਾਂ ਵਿੱਚ ਕੁਝ ਪ੍ਰਮੁੱਖ ਅਧਿਕਾਰੀ ਹਨ, ਜਿਸ ਵਿੱਚ ਬੈਂਜਾਮਿਨ ਨੇਤਨਯਾਹੂ ਇਜ਼ਰਾਈਲੀ ਪ੍ਰਧਾਨ ਮੰਤਰੀ, ਇਜ਼ਰਾਈਲੀ ਕੋਰਟਸ ਰੱਖਿਆ ਮੰਤਰੀ, ਆਇਲ ਜ਼ਮੀਰ IDF ਦੇ ਚੀਫ ਆਫ ਸਟਾਫ, ਇਸ ਤੋਂ ਇਲਾਵਾ ਇਟਾਮਰ ਬੇਨ ਗਵੀਰ ਰਾਸ਼ਟਰੀ ਸੁਰੱਖਿਆ ਮੰਤਰੀ। ਪ੍ਰੋਸੀਕਿਊਟਰ ਦੇ ਦਫ਼ਤਰ ਨੇ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਹੈ ਕਿ ਇਜ਼ਰਾਈਲੀ ਹਮਾਸ ਖਿਲਾਫ ਚੱਲ ਰਹੀ ਜੰਗ ਦੌਰਾਨ ਜਾਣਬੁੱਝ ਕੇ ਗਾਜ਼ਾ ਪੱਟੀ ਵਿੱਚ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਜੋ ਅੱਤਵਾਦੀ ਸਮੂਹ ਵੱਲੋਂ 7 ਅਕਤੂਬਰ 2023 ਨੂੰ ਇਜ਼ਰਾਈਲੀ ਨਾਗਰਿਕਾਂ ਖਿਲਾਫ ਸ਼ੁਰੂ ਕੀਤੇ ਗਏ ਅਤਿਆਚਾਰਾਂ ਦੇ ਬਾਅਦ ਸ਼ੁਰੂ ਹੋਈ ਸੀ। ਵਾਰੰਟ ਵਿੱਚ ਜੰਗ ਦੇ ਸ਼ੁਰੂਆਤੀ ਦਿਨਾਂ ਦੀਆਂ ਖਾਸ ਘਟਨਾਵਾਂ ਦਾ ਹਵਾਲਾ ਵੀ ਦਿੱਤਾ ਗਿਆ ਹੈ, ਜਿਸ ਵਿੱਚ 17 ਅਕਤੂਬਰ 2023 ਦੀ ਅਲ ਅਹਿਲੀ ਬੈਪਟਿਸਟ ਹਸਪਤਾਲ ਦੀ ਘਟਨਾ ਵੀ ਸ਼ਾਮਲ ਹੈ। ਅਲ ਅਹਿਲੀ ਹਸਪਤਾਲ ਦੀ ਘਟਨਾ ਬਾਰੇ ਇਜ਼ਰਾਈਲੀ ਅਤੇ ਅਮਰੀਕੀ ਖੁਫੀਆ ਏਜੰਸੀਆਂ ਨੇ ਇਹ ਸਿੱਟਾ ਕੱਢਿਆ ਸੀ ਕਿ ਇਹ ਘਟਨਾ ਫਲਸਤੀਨੀ ਇਸਲਾਮਿਕ ਜਿਹਾਦ ਅੱਤਵਾਦੀ ਸਮੂਹ ਦੁਆਰਾ ਇੱਕ ਅਸਫਲ ਰੈਕੇਟ ਲਾਂਚ ਦਾ ਨਤੀਜਾ ਸੀ। ਇਜ਼ਰਾਈਲ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਕਿ ਉਹ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।